देश दुनिया च वसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, नगारखाने च तूती भी बोल पी जी। लिख लो शहीदां च ना, पर एक गल याद स्पष्ट कर दिओ कि ये लोकपाल दे नाल लिखना जे, लोकतंत्र दे नाल लिखना जे। ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ, ਆ ਪੰਜਾਬ ਦੇ ਭਾਜਪਈਏ ਕਹਿੰਦੇ ਸਾਡੇ ਲੋਕਤੰਤਰੀ ਅਖਤਿਆਰ ਖਾਲੇ ਨੇ। ਇਹਨਾਂ ਨੂੰ ਵੀ ਕਿਸਾਨਾਂ ਨਾਲ ਬਹਾ ਦਿਓ ਫਿਰ। ਨਹੀਂ ਬਿਠਾਉਣਾ ਹੁਣ ਸਿੰਘੂ ਬਾਰਡਰ ਤੇ ਜੇ ਕਿ ਚੰਡੀਗੜ੍ਹ ਦੇ ਬਾਰਡਰ ਤੇ ਜੇ? ਨਾ ਨਾ, ਬਾਰਡਰ ਇੱਕੋ ਹੀ ਲੱਗਣਾ ਸਾਰਿਆਂ ਨੂੰ। ਅਧਿਕਾਰ ਤੇ ਉਹਨਾਂ ਨੇ ਦੇਣੇ ਆ, ਚੰਡੀਗੜ੍ਹ ਵਾਲਿਆਂ ਨੇ ਥੋੜ੍ਹੇ ਦੇਣੇ ਹੁਣ। ਇਹ ਤਾਂ ਕਹਿੰਦੇ ਸਾਡੇ ਅਧਿਕਾਰ ਪੁਲਿਸ ਨੇ ਖਾ ਲਏ। ਇਹਨਾਂ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਕਹਿੰਦੇ ਜੀ ਕਿ ਸਾਨੂੰ ਪੁਲਿਸ ਕਹਿੰਦੀ ਰਹੀ ਬਠਿੰਡੇ 'ਚ ਕਿਸਾਨ ਆ ਗਏ, ਕਿਸਾਨ ਆ ਗਏ, ਕਿਸਾਨ ਤੇ ਆਏ ਨਹੀਂ, ਸਾਨੂੰ ਡਰਾ ਕੇ ਭਜਾਤਾ। ਇਹ ਤਾਂ ਪੁਲਿਸ ਰਲੀ ਹੋਈ ਆ, ਇਹ ਤਾਂ ਸਟੇਟ ਦੀ ਬਾਡੀ ਆ, ਇਹ ਤਾਂ ਕਾਂਗਰਸੀ ਗੁੰਡੇ ਸੀ। ਬਿਲਕੁਲ ਕਹਿਣਾ ਬਣਦਾ ਜਦੋਂ ਸਰਕਾਰਾਂ ਕੀ ਅਦਾਲਤਾਂ ਕਹਿ ਦਿੰਦੀਆਂ ਨੇ ਕਿ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਇਨਸਾਫ ਦੇਣ ਵਾਲੀਆਂ, ਉਹ ਵੱਡੇ ਸਰਕਾਰਾਂ ਦੀਆਂ ਹੈ ਨੇ, ਤੇ ਫਿਰ ਇਹਨਾਂ ਦਾ ਵੀ ਕਹਿਣਾ ਬਣਦਾ। ਤੁਹਾਡਾ ਮਤਲਬ ਪਿੰਜਰੇ ਤੇ ਤੋਤਾ ਤੇ ਹੋਰ ਗੱਲਾਂ। ਆਪਾਂ ਉਧਰ ਆਉਂਦੇ ਆ ਜੀ। ਅੱਜ 28 ਤਰੀਕ ਦੀ ਸ਼ਾਮ ਹੈ, ਅਜੇ ਤੱਕ ਲਗਭਗ 5 ਵਜਣ ਨੂੰ ਆਏ ਆ। ਦੇਸ਼ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਕਿਸਾਨਾਂ ਨੇ ਫੈਸਲਾ ਕੀਤਾ ਸੀ 29 ਨੂੰ ਸਵੇਰੇ 11 ਵਜੇ ਮੀਟਿੰਗ 'ਚ ਜਾਣ ਦਾ, ਲੇਕਿਨ ਅਜੇ ਤੱਕ ਸਰਕਾਰ ਨੇ ਜਿਹੜੀਆਂ 4 ਮੇਨ ਏਜੰਡੇ ਤੇ ਉਹਨਾਂ ਨੇ ਗੱਲ ਕਰਨ ਦੀ ਗੱਲ ਕੀਤੀ ਸੀ ਕਿਸਾਨਾਂ ਨੇ, ਉਹਦੇ ਤੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ, ਕੋਈ ਪੱਤਰ ਨਹੀਂ ਆਇਆ ਜਾਂ ਇਹਦੇ ਸੰਬੰਧੀ ਅੱਗੇ ਫਰਦਰ ਗੱਲ ਨਹੀਂ ਹੋਈ। ਇਹ ਇੱਕ ਦੁਬਦਾ ਕ੍ਰੀਏਟ ਹੋਈ ਪਈ ਹੈ। ਦਿੱਲੀ ਦੇ ਬਾਰਡਰਸ ਦੇ ਉੱਤੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਤੇ ਸੀਤ ਲਹਿਰ ਵੀ ਵੱਧ ਰਹੀ ਹੈ। ਅੱਜ ਹੱਡਾਂ ਨੂੰ ਪਾਲਾ ਪੈ ਰਿਹਾ। ਤੁਸੀਂ ਜਾਣਦੇ ਹੀ ਹੋ ਸਾਰੇ ਕਿ ਥੋੜੀ ਜਿਹੀ ਬਰਸਾਤ ਤੋਂ ਬਾਅਦ ਮੌਸਮ ਦੇ ਵਿੱਚ ਹੋਰ ਜ਼ਿਆਦਾ ਤਿੱਖਾਪਣ ਆਇਆ। ਸੀਤ ਹਵਾ ਤੰਗ ਕਰ ਰਹੀ ਹੈ, ਲੇਕਿਨ ਅਜੇ ਤੱਕ ਕੋਈ ਅਤਾ ਪਤਾ ਨਹੀਂ ਕਿ ਇਹ ਕਿੰਨੇ ਦਿਨ ਚੱਲਣ ਵਾਲਾ ਸੰਘਰਸ਼। ਲੋਕਾਂ ਦੇ ਹੌਸਲੇ ਬੇਸ਼ੱਕ ਪਰਬਤ ਵਰਗੇ ਆ, ਲੇਕਿਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਂਦੇ ਆ, ਮੌਸਮ ਬਦ ਤੋਂ ਬਦਤਰ ਹੁੰਦਾ ਜਾ ਰਿਹਾ। ਸਰਕਾਰ ਦੇ ਅੰਦਰ ਰਹਿਮ ਨਾਂ ਦੀ ਕੋਈ ਚੀਜ਼, ਕੋਈ ਅੰਸ਼ ਨਜ਼ਰ ਨਹੀਂ ਆ ਰਿਹਾ। ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਉਗਰਾਹਾਂ ਵਾਲੀ ਟਿਕਰੀ ਬਾਰਡਰ ਤੇ ਹੋਈ ਹੈ, ਜਿੱਥੇ ਜੋਗਿੰਦਰ ਸਿੰਘ ਉਗਰਾਹਾਂ, ਸਰਵਣ ਸਿੰਘ ਭੰਦੇਰ ਔਰ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਜਿਹੜੀਆਂ ਬਾਕੀ ਇਧਰੋਂ ਉਧਰੋਂ ਹੈਗੀਆਂ, ਉਹਨਾਂ ਸਾਰੀਆਂ ਨੇ ਇੱਕ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਸਰਵਣ ਸਿੰਘ ਭੰਦੇਰ ਇਹ ਕਹਿੰਦੇ ਸੁਣੇ ਗਏ ਕਿ ਅਸੀਂ ਤਾਂ ਜਾਣਾ ਨਹੀਂ ਭਾਈ। ਹੁਣ ਦੇਖਣਾ ਇਹ ਹੈ ਕਿ ਜੋ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤ ਦੇ ਵਿੱਚ ਸਰਕਾਰ ਦਾ ਹੁੰਗਾਰਾ ਦੇਰ ਸ਼ਾਮ ਤੱਕ ਆਉਂਦਾ ਕਿ ਨਹੀਂ। ਥੋੜੀ ਦੇਰ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਰ ਵੀ ਹੋਣੀ ਹੈ। ਸਰਦਾਰ ਸਾਹਿਬ, ਜਦੋਂ ਇਹ ਸਭ ਵਾਪਰ ਰਿਹਾ ਜੀ, ਇੰਨਾ ਕੁਝ ਹੋ ਰਿਹਾ ਜੀ, ਉਦੋਂ ਰਾਲੇਗੰਜ ਸਿੱਧੀ 'ਚ ਇਹ ਬਾਬਾ ਜਿਹੜਾ ਸੀ ਅੰਨਾ ਹਜ਼ਾਰੇ, ਉਹਨੂੰ ਮਹੀਨੇ ਬਾਅਦ ਦੀ ਡੇਟ ਕਿਉਂ ਸੁੱਧਦੀ? ਆਖੇ ਮੈਂ ਜਨਵਰੀ ਪੂਰਾ ਦੇਤਾ ਸਰਕਾਰ ਨੂੰ, ਅਲਟੀਮੇਟਮ ਆ। ਸਰਕਾਰ ਜਾਂ ਤਾਂ ਮੰਗਾ ਮੰਨ ਲੈ, ਨਹੀਂ ਤੇ ਮੈਂ ਜਨਵਰੀ ਦੇ ਅਖੀਰ ਦੇ ਵਿੱਚ, ਅੱਛਾ ਅਜੇ ਵੀ ਗਾਂ ਤਰੀਕ ਦੇ ਦਿੱਤੀ ਆ, ਆਖਰੀ ਵਰਤ। ਉਹ ਕਹਿੰਦੇ ਜੀ ਮੇਰਾ ਇਹ ਆਖਰੀ ਅੰਦੋਲਨ ਹੋਏਗਾ, ਇਹ ਮੇਰਾ ਆਖਰੀ ਵਰਤ ਹੋਏਗਾ। ਮਤਲਬ ਇਸ ਵਾਰੀ ਗੱਲ ਆਰ ਪਾਰ ਦੀ ਕਰਨੀ ਆ। ਜਦੋਂ ਇਹ ਪਹਿਲੀ ਵਾਰੀ ਜਦੋਂ ਲੋਕਪਾਲ ਨੂੰ ਲੈ ਕੇ ਬੈਠੇ ਸੀ, ਉਦੋਂ ਵੀ ਲੋਕ ਪੁੱਛਦੇ ਹੁੰਦੇ ਸੀ ਕਿ ਕੋਈ ਹਿਡਨ ਏਜੰਡਾ ਤਾਂ ਨਹੀਂ। ਜਦੋਂ ਮਨਮੋਹਨ ਸਿੰਘ ਗਵਰਨਮੈਂਟ ਦੇ ਸਾਹਮਣੇ ਨੱਕ 'ਚ ਦਮ ਹੋ ਗਿਆ ਸੀ ਕਿ ਕੋਈ ਲੁਕਮਾ ਏਜੰਡਾ ਤਾਂ ਨਹੀਂ, ਕਿਸੇ ਪਾਰਟੀ ਦੀ ਮਦਦ ਨਹੀਂ ਹੋ ਰਹੀ। ਲੇਕਿਨ ਅੱਜ ਜਦੋਂ ਪੀਕ ਤੇ ਅੰਦੋਲਨ ਹੈ, ਹਾਂ ਸਿਖਰ ਤੇ ਜਿਹਨੂੰ ਕਹਿ ਲਓ, ਐਜੀਟੇਸ਼ਨ ਦਾ ਸਿਖਰ, ਤੇ ਉਸ ਵੇਲੇ ਇਹਨਾਂ ਦਾ ਇਹ ਕਹਿਣਾ ਕਿ ਮੈਂ 1 ਮਹੀਨੇ ਦਾ ਸਮਾਂ ਦੇ ਰਿਹਾ, ਅਲਟੀਮੇਟਮ ਦੇ ਰਿਹਾ, ਜੇ ਜਨਵਰੀ ਅਖੀਰ ਤੱਕ ਮੇਰੀਆਂ ਮੰਗਾਂ ਨਾ ਮੰਨੀਆਂ, ਕਿਸਾਨਾਂ ਦੇ ਮਸਲੇ ਨਾ ਮੰਨੇ, ਤੇ ਫਿਰ ਮੈਂ ਆਖਰੀ ਹਥਿਆਰ ਵਰਤਾਂਗਾ। ਹੁਣ ਵੇਖਣ ਵਾਲੀ ਗੱਲ ਆ ਕਿ ਜਦੋਂ ਕਹਿੰਦੇ ਨਾ ਕਿ ਈਦ ਪਿੱਛੋਂ ਤੰਬਾ, ਇਹ ਹੁਣ ਫੇਰ ਫੂਕ ਕੇ ਕੀ ਕਰਨਾ? ਨਹੀਂ, ਦੇਖੋ ਮਨਸ਼ਾ ਤੇ ਸਪਸ਼ਟ ਹੈ ਜੀ ਕਿ ਜਿਹੜਾ ਸੰਘਰਸ਼ ਹੈ, ਜਿਹੜਾ ਕਿਸਾਨੀ ਜਿਹੜਾ ਸੰਘਰਸ਼ ਹੈ ਜੀ, ਉਹਦਾ 1 ਮਹੀਨਾ ਪੂਰਾ ਹੋ ਚੁੱਕਾ ਹੈ। ਬਿਲਕੁਲ। ਵੱਡੀਆਂ ਨਾਮਵਰ ਅਖਬਾਰਾਂ ਜਿਹੜੀਆਂ ਨੇ ਉਹ ਇਸ ਸੰਘਰਸ਼ ਦੀ ਸਿਫਤ ਕਰ ਰਹੀਆਂ ਨੇ ਕਿ ਸਵੈ ਜਾਬਤੇ ਦੇ ਵਿੱਚ ਹੈ, ਸਿਰੜ ਦੇ ਵਿੱਚ ਹੈ, ਸਿਦਕ ਦੇ ਵਿੱਚ ਹੈ, ਔਰ ਆਪਣੇ ਇੱਕ ਨਕਾਤੀ ਪ੍ਰੋਗਰਾਮ ਦੇ ਉੱਤੇ ਖੜੇ ਨੇ ਕਿ ਕੇਂਦਰੀ ਕਾਨੂੰਨ ਜਿਹੜੇ ਨੇ ਉਹ ਕਿਸਾਨ ਮਾਰੂ ਨੇ, ਇਹਨਾਂ ਨੂੰ ਰੱਦ ਕਰ ਦਿਓ। ਤੁਸੀਂ ਨਾਂ ਲੈ ਕੇ ਜ਼ਿਕਰ ਵੀ ਕਰ ਸਕਦੇ ਹੋ, ਤੁਸੀਂ ਸਾਰੀਆਂ ਵੱਡੀਆਂ ਅਖਬਾਰਾਂ ਦਾ ਜ਼ਿਕਰ ਕਰ ਸਕਦੇ ਹੋ, ਕਿਉਂਕਿ ਮਿਹਨਤ ਕਰਦੇ ਆ ਇਹ ਲੋਕ। ਅੱਜ ਸਭ ਤੋਂ ਵੱਡੀ ਹਿੰਦੁਸਤਾਨ ਟਾਈਮਜ਼ ਦੀ ਅਖਬਾਰ ਹੈ, ਉਹਨੇ ਲਿਖਿਆ ਇਹ ਮੰਥ ਔਨ ਫਾਰਮਰਸ ਹੈਜ਼ ਮੇਡ ਹਾਈਵੇ ਦੇਅਰ ਹੋਮ, ਕਿ ਕਿਸਾਨਾਂ ਨੇ ਸੜਕਾਂ ਨੂੰ, ਜਿਹੜੀਆਂ ਵੱਡੀਆਂ ਸੜਕਾਂ ਨੇ ਜਿਹਨਾਂ ਦਾ ਸ਼ੇਰਸ਼ਾਹ ਸੂਰੀ ਮਾਰਕੇ ਨੇ,
ਉਹਨਾਂ ਨੂੰ ਆਪਣਾ ਘਰ ਬਣਾ ਲਿਆ। ਔਰ ਕਿਸ ਤਰ੍ਹਾਂ ਉੱਥੇ ਬਕਾਇਦਾ ਵੱਖ-ਵੱਖ ਸੈਕਸ਼ਨ ਬਣੇ ਹੋਏ ਨੇ ਲੋਕਾਂ ਦੀ, ਜਿਹੜੇ ਸੁਰੱਖਿਆ ਵੀ ਵੇਖਦੇ ਨੇ ਔਰ ਆਪਣੇ ਜਾਬਤਾ ਨੂੰ ਵੀ ਲਾਗੂ ਕਰਦੇ ਨੇ ਜੀ। ਦੂਸਰੇ ਪਾਸੇ ਟਾਈਮਜ਼ ਆਫ ਇੰਡੀਆ ਇੱਕ ਬਹੁਤ ਵੱਡਾ ਆਰਟੀਕਲ ਲਿਖਦੀ ਹੈ 6 ਫੀਡ ਦਾ ਵਰਲਡ। ਵਾਹ। ਉਹ ਕਹਿੰਦੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ ਔਰ USA ਦੇ ਵਿੱਚ ਹਰ ਸਾਲ ਉੱਥੋਂ ਦੀ ਜਿਹੜੀ ਪੱਤਰਕਾਰ ਐਸੋਸੀਏਸ਼ਨ ਹੈ ਇੱਕ ਹਫ਼ਤੇ ਦਾ ਜਸ਼ਨ ਮਨਾਉਂਦੇ ਨੇ, ਇੱਕ ਮੌਕਾ ਰੱਖਦੇ ਨੇ ਕਿ ਬਾਏ ਬਾਏ ਹੰਗਰ, ਕਮ ਔਨ ਲੰਗਰ। ਅੱਛਾ। ਵੀ ਲੰਗਰ ਦੇ ਨਾਲ ਸੰਸਾਰ ਦੀ ਭੁੱਖ ਖਤਮ ਹੋ ਰਹੀ ਹੈ। ਕਮਾਲ ਆ। ਔਰ ਇਸੇ ਲੰਗਰ ਦਾ ਜਿਹੜਾ ਵਰਤਾਰਾ ਆ ਉਹ ਇਸ ਕਿਸਾਨ ਸੰਘਰਸ਼ ਦੀ ਇੱਕ ਖੂਬਸੂਰਤੀ ਹੈ। ਸਰਦਾਰ ਸਾਹਿਬ ਇੱਥੋਂ ਮੈਨੂੰ ਗੱਲ ਯਾਦ ਆਈ, ਫਿਰ ਭੁੱਲ ਜਾਣੀ ਹੈ। ਰਵੀ ਸਿੰਘ, ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਇੱਕ ਪੋਸਟ ਪਬਲਿਸ਼ ਕਰਦੇ ਆ, ਉਹਦੇ ਨਾਲ ਫੋਟੋ ਆ ਪ੍ਰਧਾਨ ਮੰਤਰੀ ਜਿਹੜਾ ਬ੍ਰਿਟਿਸ਼ ਦਾ, ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਨਾਲ। ਕਹਿੰਦੇ ਜੀ ਇੱਕ ਬੰਨੇ ਮੈਨੂੰ ਬ੍ਰਿਟਨ ਦਾ ਪ੍ਰਧਾਨ ਮੰਤਰੀ ਸਨਮਾਨ ਲਈ ਸੱਦਦਾ ਹੈ ਤੇ ਦੂਜੇ ਬੰਨੇ ਸਾਨੂੰ ਅੱਤਵਾਦੀ ਕਿਹਾ ਜਾਂਦਾ। ਉਹਨਾਂ ਦਾ ਇੱਕ ਨੈਸ਼ਨਲ ਟੀਵੀ ਚੈਨਲ ਵਾਲਾ ਇਸ਼ਾਰਾ ਸੀ, ਉਹਨਾਂ ਦਾ ਇਸ਼ਾਰਾ ਜੀ। ਲੇਕਿਨ ਦੂਸਰੇ ਪਾਸੇ ਤੁਸੀਂ ਇਹ ਵੀ ਦੇਖੋ ਕਿ ਤਰੁਣ ਚੁੱਗ ਜਿਹੜੇ ਭਾਜਪਾ ਦੇ ਇੱਕ ਨਾਮੀ ਚਿਹਰੇ ਨੇ ਜੀ, ਸਾਡੇ ਅੰਮ੍ਰਿਤਸਰ ਦੇ ਨੇ, ਔਰ ਉਹਨਾਂ ਦਾ ਜਿਹੜਾ ਸਿਆਸੀ ਸਫ਼ਰ ਹੈ ਜੀ, ਕਿੱਥੋਂ ਤੱਕ ਹੈ ਅੰਮ੍ਰਿਤਸਰ ਵਾਲਿਆਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਜੀ। ਲੇਕਿਨ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਸਾਰਾ ਹੀ ਦਾਰੋਮਦਾਰ ਹੈ, ਜਿਹੜਾ ਕਿਸਾਨੀ ਸੰਘਰਸ਼ ਹੈ, ਇਹਦੇ 'ਚ ਸ਼ਹਿਰੀ ਨਕਸਲਵਾਦ ਆ ਚੁੱਕਾ। ਮਾੜੀ ਗੱਲ ਹੈ। ਉਹਨਾਂ ਦੇ ਇਸ ਬਿਆਨ ਨੂੰ ਕੈਪਟਨ ਅਮਰਿੰਦਰ ਸਿੰਘ ਰੱਦ ਕਰਦੇ ਨੇ ਕਿ ਘੱਟੋ ਘੱਟ ਹੱਕਾਂ ਦੀ ਜਿਹੜੀ ਲਹਿਰ ਹੈ ਉਹਨੂੰ ਨਕਸਲਵਾਦ ਨਾਲ ਜੋੜੋ। ਪੰਜਾਬ ਦਾ ਰਹਿਣ ਵਾਲਾ ਕੋਈ ਵੀ ਬਸ਼ਿੰਦਾ ਜੇਕਰ ਇਸ ਮੂਵਮੈਂਟ ਨੂੰ ਸਮਝ ਨਹੀਂ ਪਾ ਰਿਹਾ ਤੇ ਅਸੀਂ ਉਹਦੀ ਨਾ ਸਮਝੀ ਤੇ ਸਿਰਫ ਅਫਸੋਸ ਹੀ ਜ਼ਾਹਰ ਕਰ ਸਕਦੇ ਹਾਂ। ਪੰਜਾਬ 'ਚ ਜੰਮੇ ਜਾਂ ਪੰਜਾਬ ਨੂੰ ਸਮਝਣ ਵਾਲੇ ਹਰੇਕ ਬਸ਼ਰ ਨੂੰ ਪਤਾ ਹੈ ਕਿ ਇਹ ਲੜਾਈ ਤੋਂ ਵੱਧ ਡਿਸਪਲਿਨਡ ਲੜਾਈ ਦੂਜੀ ਕੋਈ ਨਹੀਂ। ਇਸ ਲੜਾਈ ਨੇ ਬਹੁਤ ਸਾਰੀਆਂ ਵੱਡੀਆਂ ਉਦਾਹਰਨਾਂ, ਮਿਸਾਲਾਂ ਕਾਇਮ ਕਰਤੀਆਂ ਨੇ। ਮੈਨੂੰ ਤਾਂ ਫਿਕਰ ਹੁੰਦਾ ਰਿਹਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਸਾਡੇ ਲੋਕ ਆਪ ਮੁਹਾਰੇ ਨਾ ਹੋਣ, ਲੇਕਿਨ ਜਿਵੇਂ ਪਰਿਵਰਤਨ ਹਿਰਦਿਆਂ ਦਾ ਹੋਇਆ, ਜਿਵੇਂ ਮਨਾਂ ਦੇ ਵਿੱਚ ਬਦਲਾਅ ਆਇਆ, ਇਸ ਤੋਂ ਵੱਡੀ ਕੋਈ ਗੱਲ ਹੋ ਹੀ ਨਹੀਂ ਸਕਦੀ ਕਿ ਲੋਕ ਜਾ ਕੇ ਪੰਜਾਬ ਦੇ ਬਾਰਡਰ ਤੋਂ ਅੰਦਰ ਕੁਝ ਹੋਰ ਸੀ। ਇਤਿਹਾਸ ਦੇ ਵਿੱਚ ਅਸੀਂ ਪਿਛਲੇ 20 ਸਾਲਾਂ 'ਚ ਜਿਸ ਤਰ੍ਹਾਂ ਦੇ ਟ੍ਰੈਂਡ ਦੇਖਦੇ ਸੀ, ਦਿੱਲੀ ਵੱਲੋਂ ਤੁਰਦਿਆਂ ਸਾਰਾ ਕੁਝ ਬਦਲ ਗਿਆ, ਸਭ ਕੁਝ ਸਵੈ ਡਿਸਪਲਿਨਡ ਇੱਕ ਤਰੀਕੇ ਨਾਲ ਹੋ ਗਿਆ। ਇਹਦੇ ਵਿੱਚ ਕੋਈ ਐਸੀ ਤਾਕਤ ਨਹੀਂ ਸੀ ਜਿਹੜੀ ਇਹਨਾਂ ਨੂੰ ਅਨੁਸ਼ਾਸਨ ਸਿਖਾਉਂਦੀ, ਕੋਈ ਐਸੀ ਤਾਕਤ ਨਹੀਂ ਸੀ, ਵਲੰਟੀਅਰ ਨਹੀਂ ਸੀ ਜਿਹੜੇ ਇਹਨਾਂ ਨੂੰ ਕਾਬੂ 'ਚ ਕਰਦੇ। ਲੇਕਿਨ ਜਦੋਂ ਮਨ ਕਾਬੂ ਹੋ ਜਾਂਦੇ ਆ, ਮਨ ਆਪਣਾ ਮੂਲ ਪਛਾਣ ਲੈਂਦੇ ਆ। ਵੱਡੀ ਗੱਲ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਬਣਦੇ ਨੇ ਜੀ, ਉਦੋਂ ਦੋਨਾਂ ਸੂਬਿਆਂ ਦੇ ਲੋਕਾਂ ਦੇ ਮਨਾਂ 'ਚ ਕੁੜੱਤਣ ਹੈ ਇੱਕ ਦੂਜੇ ਪ੍ਰਤੀ। ਬਿਲਕੁਲ। ਇਸ ਲਹਿਰ ਨੇ, ਇਸ ਅੰਦੋਲਨ ਨੇ ਦੋਨਾਂ ਸੂਬਿਆਂ ਦੇ ਲੋਕਾਂ ਦੇ ਦਰਮਿਆਨ ਇੱਕ ਖੁਸ਼ਗਵਾਰ ਮਾਹੌਲ ਪੈਦਾ ਕਰ ਦਿੱਤਾ। ਇਹ ਵੀ ਸਮਝ ਆਉਣ ਲੱਗ ਗਿਆ ਕਿ ਕੜੱਤਨ ਭਰਨ ਵਾਲੇ ਲੋਕ ਕੌਣ ਸੀ, ਕੁੜੱਤਣ ਭਰਨ ਵਾਲੇ ਕੌਣ, ਸਰਕਾਰਾਂ ਬਣਾਉਣ ਲਈ ਵੋਟਾਂ ਵੰਡਣ ਵਾਲੇ, ਦੂਜਿਆਂ ਨੂੰ ਭੰਡਣ ਵਾਲੇ ਸਿਆਸਤਦਾਨ ਜਦੋਂ ਇਸ ਮੂਵਮੈਂਟ ਦੇ ਨੇੜੇ ਨਹੀਂ ਢੁਕਣ ਦਿੱਤੇ, ਉਸ ਵੇਲੇ ਪਤਾ ਲੱਗਿਆ ਕਿ ਬਿਨਾਂ ਸਿਆਸਤਦਾਨਾਂ ਤੋਂ ਮੁਹੱਬਤ ਕਿੰਨੀ ਹੈ। ਹੋਰ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਸਿਆਸਤਦਾਨਾਂ ਨੂੰ ਇਸ ਸੰਘਰਸ਼ ਤੋਂ ਦੂਰ ਕਰਨ ਦੀ ਜਿਹੜੀ ਕਵਾਇਦ ਸੀ, ਉਹ ਹਰਿਆਣਾ ਦਾ ਜਿਹੜਾ ਬਾਰਡਰ ਹੈ, ਸ਼ੰਭੂ ਬੈਰੀਅਰ ਲੰਘਣ ਤੋਂ ਪਹਿਲਾਂ ਹੀ ਲਾਗੂ ਕਰ ਦਿੱਤੀ ਗਈ ਸੀ। ਬਿਲਕੁਲ ਸ਼ਰਤ ਜੀ। ਇਹਦਾ ਮਤਲਬ ਇਹ ਆ ਕਿ 70 ਸਾਲ ਦੇ ਦਰਮਿਆਨ ਸਿਆਸਤਦਾਨਾਂ ਨੇ ਭਾਵੇਂ ਇਹ ਸਮਝਿਆ ਹੋਇਆ ਕਿ ਲੋਕ ਤੇ ਬਸ ਜਿਹੜੇ ਵੋਟਰ ਨੇ ਇਹ ਮੂਰਖ ਨੇ, ਇਹਨਾਂ ਦਾ ਕੋਈ ਦਿਮਾਗ ਨਹੀਂ ਹੁੰਦਾ, ਲੇਕਿਨ ਵੋਟਰਾਂ ਨੇ ਪਹਿਲੀ ਵਾਰੀ ਦੱਸਿਆ ਕਿ ਜੇ ਹੱਕ ਲੈਣੇ ਹੋ ਤੇ ਫਿਰ ਇਹਨਾਂ ਲੀਡਰਾਂ ਤੋਂ ਬਾਹਰ ਹੋ ਕੇ ਲੈ ਸਕਦੇ। ਔਰ ਪਹਿਲੀ ਵਾਰੀ ਇੰਜ ਹੋਇਆ ਕਿ ਬਿਨਾਂ ਕਿਸੇ ਵੱਡੇ ਲੀਡਰ ਦੇ, ਬਿਨਾਂ ਕਿਸੇ ਸਿਆਸੀ ਸਰਪ੍ਰਸਤੀ ਦੇ, ਆਪ ਮੁਹਾਰੇ ਲੋਕਾਂ ਨੇ ਇਤਿਹਾਸ ਬਣਾਇਆ ਜੀ, ਹਰ ਚੀਜ਼ ਪੈਦਾ ਕਰ ਲਈ। ਬਿਲਕੁਲ। ਹਰ ਇਸ ਅੰਦੋਲਨ ਨੂੰ ਕਿਸੇ ਇੱਕ ਸੀਮਾ ਤੱਕ ਨਹੀਂ ਰਹਿਣ ਦਿੱਤਾ ਜੀ। ਕੱਲੇ ਕਿਸਾਨ ਨਹੀਂ, ਵਪਾਰੀ ਸ਼ਾਮਲ ਹੋ ਗਿਆ, ਹਿੰਦੂ, ਈਸਾਈ, ਹਰ ਬੰਦਾ ਇਹਦੇ ਵਿੱਚ ਸ਼ਾਮਲ ਹੋਇਆ, ਹਰ ਧਰਮ, ਹਰ ਜਾਤ, ਹਰ ਮਜ਼ਹਬ ਦਾ ਬੰਦਾ ਸ਼ਾਮਲ ਹੋਇਆ। ਲੇਕਿਨ ਤੁਸੀਂ ਗੱਲ ਕੀਤੀ ਸੀ ਅੰਨਾ ਹਜ਼ਾਰੇ ਦੀ, ਜੇ ਥੋੜਾ ਜਿਹਾ ਪਿਛਾਂਹ ਜਾਓ ਜੀ ਤੇ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ ਤੇ ਉਦੋਂ ਰਾਮਲੀਲਾ ਮੈਦਾਨ ਦੇ ਵਿੱਚ ਤੰਬੂ ਲੱਗੇ ਹੋਏ ਸੀ ਬਹੁਤ ਸੋਹਣੇ। ਅਸੀਂ ਤੇ ਸਰਕਾਰੀ ਤੰਬੂ ਕਵਾਂਗੇ ਜਿਨ੍ਹਾਂ ਨੂੰ ਸਰਕਾਰਾਂ ਨੇ ਇਜਾਜ਼ਤ ਦੇ ਦਿੱਤੀ। ਬਿਲਕੁਲ। ਜੇ ਸਰਕਾਰਾਂ ਇਜਾਜ਼ਤ ਨਹੀਂ ਦਿੰਦੀਆਂ ਤੇ ਫਿਰ ਆ ਹਰਿਆਣੇ ਦਾ ਤੇ ਦਿੱਲੀ ਦਾ ਬਾਰਡਰ ਆ, ਨਾ ਤੇ ਕਦੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਯਾਦ ਆਇਆ
ਦੇਖੋ ਜਿਹੜੇ ਦਿੱਲੀ ਨੂੰ ਰਾਜ ਕਰਦੇ ਨੇ ਮਾਲਕ ਤੇ ਉਹੀ ਹੈ। ਮਾਲਕ ਤੇ ਉਹੀ ਆ, ਉਹਨਾਂ ਨੂੰ ਕਦੀ ਯਾਦ ਹੈ ਕਿ ਇਹ ਜਿਹੜੇ ਲੋਕ ਸਾਡੇ ਬੂਹੇ ਤੇ ਬੈਠੇ ਨੇ, ਜਿਨ੍ਹਾਂ ਦਾ ਭੇਜਿਆ ਹੋਇਆ ਅੰਨ ਅਸੀਂ ਆਪਣੇ ਪੇਟ ਦੇ ਨਿਰਵਾਹ ਲਈ ਵਰਤਦੇ ਹਾਂ, ਇਹ ਕਿਹਨਾਂ ਹਾਲਾਤਾਂ 'ਚ ਬੈਠੇ ਨੇ। ਨਾ ਕਦੇ ਹਰਿਆਣੇ ਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਮੰਤਰੀ ਨੂੰ ਯਾਦ ਆਇਆ ਜੀ ਜੀ ਵੀ ਚਲੋ ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਲੇਕਿਨ ਹੁਣ ਜਦੋਂ ਉਹ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਆ, ਜਿਹਨੂੰ ਸਫਲ ਕਿਹਾ ਜਾਂਦਾ, ਸਫਲ ਕਿਹਾ ਜਾਂਦਾ, ਜਦੋਂ ਕੇਜਰੀਵਾਲ ਨਿਕਲ ਕੇ ਆਉਂਦਾ, ਬਿਲਕੁਲ ਉਹਦੇ ਸਫਲ ਇਸ ਕਰਕੇ ਕਿਹਾ ਜਾਂਦਾ ਕਿ ਸਰਕਾਰ ਉਲਟ ਗਈ, ਮਨਮੋਹਨ ਸਿੰਘ ਦੀ ਗਵਰਨਮੈਂਟ ਦਾ ਬੁਰਾ ਹਾਲ ਕਰਦਾ। ਬਿਲਕੁਲ ਜਿਸ ਸ਼ਖਸ ਨੇ ਵਾਕਿਆ ਹੀ ਇਸ ਦੇਸ਼ ਦੀ ਆਰਥਿਕਤਾ ਨੂੰ ਬਚਾਇਆ, ਉਹਦੀ ਸਰਕਾਰ ਨੂੰ ਡੇਗਣਾ ਜੇ ਸਫਲਤਾ ਸੀ, ਤੇ ਹੁਣ ਅੰਨਾ ਹਜ਼ਾਰੇ ਦੀ ਵਾਪਸੀ ਜਿਹੜੀ ਆ ਉਹ ਵੇਖਣੀ ਬਣਦੀ ਆ ਕਿ ਹੁਣ ਅੰਨਾ ਹਜ਼ਾਰੇ ਦੇ ਨਾਲ ਕੀ ਕੇਜਰੀਵਾਲ ਸ਼ਾਮਲ ਹੋਣਗੇ, ਨਹੀਂ 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 ਜਾਂ ਨਹੀਂ ਜਿਹੜੀ ਬੀਬੀ ਕਿਰਨ ਬੇਦੀ। ਆਖਰਕਾਰ ਲੋਕ ਤੇ ਉਹੀ ਨੇ ਅੰਨਾ ਹਜ਼ਾਰੇ ਦੀ ਸਰਦਾਰ ਸਾਹਿਬ। ਹੁਣ ਹਾਲਾਤ ਬਦਲ ਗਏ ਜੀ, ਲੋਕ ਨਹੀਂ ਹਾਲਾਤ ਨਹੀਂ ਬਦਲੇ, ਮੈਨੂੰ ਨਹੀਂ ਲੱਗਦਾ। ਲੋਕ ਸਮੈਲ ਕਰਨ ਲੱਗ ਗਏ। ਸੋਸ਼ਲ ਮੀਡੀਆ ਤਾਂ ਬੜਾ ਤੇਜ਼ੀ ਨਾਲ ਪਸਾਰਾ ਹੋਇਆ ਜੀ, ਹਰੇਕ ਦੀ ਹਰਕਤ ਸਾਡੇ ਸਮੇਤ ਨੋਟ ਹੁੰਦੀ ਹੈ। ਅਸੀਂ ਕੀ ਕਰ ਰਹੇ ਹਾਂ, ਸਾਡੇ ਚਿਹਰੇ ਦੇ ਹਾਵ ਭਾਵ ਕੀ ਹੈ, ਬਿਲਕੁਲ ਲੋਕ ਬਹੁਤ ਬਰੀਕੀ ਨਾਲ ਦੇਖਦੇ। ਜਦੋਂ ਤੱਕ ਅੰਨਾ ਹਜ਼ਾਰੇ ਦਾ ਹਸਤੀ ਦਾ ਜਿਹੜਾ ਅਸਾਵਾਂਪਣ ਸੀ ਜੀ ਸਾਹਮਣੇ ਨਹੀਂ ਸੀ ਆਇਆ, ਜੀ, ਉਦੋਂ ਤੱਕ ਲੋਕਾਂ ਨੂੰ ਉਹ ਅੰਦੋਲਨਕਾਰੀ ਬਾਬਾ ਲੱਗਦਾ ਸੀ, ਹਾਂ ਬਜ਼ੁਰਗ। ਬਿਲਕੁਲ ਇਸ ਵੇਲੇ ਉਹ ਤਿਕੜਮਬਾਜ਼ ਲੱਗਦਾ ਹੈ। ਬਿਲਕੁਲ ਜੇ ਸੱਚਮੁੱਚ ਹਮਦਰਦੀ ਸੀ, ਜੀ, ਜਿੱਦਣ ਦਿੱਲੀ ਆ ਕੇ ਕਿਸਾਨ ਬਹਿ ਗਏ ਸੀ, ਵਿਦਿਨ ਵੀਕ ਹਫਤੇ ਦੇ ਅੰਦਰ ਉਹ ਬੰਦਾ ਉੱਥੇ ਹੁੰਦਾ, ਜੀ, ਬਹਿ ਜਾਂਦਾ ਤੇ ਉਵੇਂ ਹੀ ਬਹਿ ਜਾਂਦਾ। ਹੁਣ ਜੇ ਅੱਜ ਤਾਂ ਸਰਕਾਰ ਵੀ ਸੋਚਦੀ ਹੋਣੀ ਜੀ, ਕਿ ਜਦੋਂ ਇਹ ਤੁਰੇ ਸੀ ਪੰਜਾਬ ਵੱਲੋਂ, ਜੇ ਇਹਨਾਂ ਨੂੰ ਜਾਣ ਦਿੰਦੇ ਰਾਮਲੀਲਾ ਮੈਦਾਨ 'ਚ, ਜੀ, ਜਾਣ ਦਿੰਦੇ ਜਿੱਥੇ ਕਹਿੰਦੇ ਸੀ ਅਸੀਂ ਜਾਣਾ, ਤੇ ਸ਼ਾਇਦ ਸੌਖਾ ਹੁੰਦਾ। ਲੇਕਿਨ ਹੁਣ ਜਦੋਂ ਬਾਰਡਰਸ ਦੇ ਉੱਤੇ ਸਾਰੇ ਬੈਠੇ ਨੇ, ਜਗ੍ਹਾ ਵੀ ਵੱਧ ਮਿਲ ਗਈ, ਰਸਤੇ ਸਾਰੇ ਬਲੌਕ ਹੋਈ ਜਾਂਦੇ ਆ, ਇੱਕ ਤਰੀਕਾ ਵੀ ਮਿਲ ਗਿਆ। ਜਦੋਂ ਕਿਸਾਨ ਚੱਲੇ ਸੀ ਉਹਨਾਂ ਦੇ ਵੀ ਮਨ 'ਚ ਨਹੀਂ ਸੀ, ਸੰਸਾਰ ਦੇ ਲੋਕਾਂ ਦੀ ਹਮਦਰਦੀ ਵੀ ਮਿਲ ਗਈ। ਲੇਕਿਨ ਮੈਂ ਤੁਹਾਨੂੰ ਤੁਹਾਡੀ ਗੱਲ ਤੇ ਲਿਆਉਣ ਲੱਗਾ ਜੀ ਕਿ ਜਿਸ ਪਾਰਟੀ ਦੇ ਵਿੱਚ ਉਸ ਪਾਰਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰ ਕਹਿੰਦੇ ਨੇ ਕਿ ਸਾਡੇ ਤੇ ਲੋਕਤੰਤਰਕ ਅਧਿਕਾਰ ਹੀ ਕੋਈ ਨਹੀਂ ਰਿਹਾ, ਉਹ ਪਾਰਟੀ ਹੁਣ ਇਹਨਾਂ ਲੋਕਾਂ ਨੂੰ ਕਿਹੜਾ ਹੱਕ ਦੇ ਦੇਵੇ। ਉਹ ਗੱਲ ਇਹ ਹੈ ਸਰ ਕਿ ਕਈ ਵਾਰੀ ਸ਼ੁਰੂਆਤ 'ਚ ਇੰਝ ਲੱਗਦਾ ਹੈ ਕਿ ਕੋਈ ਨਹੀਂ, ਦਿਨ ਮੁੜ ਆਉਣੇ, ਚੰਗੇ ਹੋ ਜਾਣੇ ਜੀ। ਪੰਜਾਬ ਦੀ ਬੀਜੇਪੀ ਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕ ਬੜੀ ਛੇਤੀ ਕਾਹਲੀ ਨਾਲ ਭੁੱਲ ਜਾਂਦੇ ਚੀਜ਼ਾਂ, 2-4 ਮਹੀਨਿਆਂ 'ਚ ਸਭ ਠੀਕ ਹੋ ਜਾਣ ਜੀ। ਲੇਕਿਨ ਹੁਣ ਕੁੜੱਤਣ ਇੰਨੀ ਵੱਧ ਗਈ, ਹੁਣ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਵਾਈਵਲ ਤੇ ਸੰਕਟ ਆ ਜੀ। ਇਸ ਵੇਲੇ ਜੇਕਰ ਸਭ ਤੋਂ ਮੁਸ਼ਕਲ ਦੌਰ 'ਚ ਕੋਈ ਫਸਿਆ ਤੇ ਉਹ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਜੀ, ਜਿਨ੍ਹਾਂ ਨੂੰ ਇਹ ਨਹੀਂ ਥਿਆ ਰਿਹਾ ਕਿ ਉਹਨਾਂ ਨੇ ਕਰਨਾ ਕੀ ਆ, ਵੈਸੇ ਉਹ ਕਦਮ ਲੈਣ ਕੀ। ਮੇਰੇ ਕੋਲ ਇੱਕ ਨੁਕਤਾ ਮੈਂ ਤੁਹਾਨੂੰ ਸ਼ਾਇਦ ਭੁੱਲ ਨਾ ਜਾਵਾਂ। ਅਸਲ ਦੇ ਵਿੱਚ ਭਾਜਪਾ ਪਹਿਲਾਂ ਵੀ ਪੰਜਾਬ ਦੇ ਵਿੱਚ ਸੰਕਟ ਵਿੱਚ ਰਹੀ ਆ ਜੀ, ਲੇਕਿਨ ਭਾਜਪਾ ਦੇ ਇਸ ਸੰਕਟ ਦੇ ਸੰਕਟ ਮੋਚਨ ਬਣਦੇ ਸਨ ਅਕਾਲੀ ਦਲ ਵਾਲੇ, ਪ੍ਰਕਾਸ਼ ਸਿੰਘ ਬਾਦਲ। ਬਿਲਕੁਲ ਇਹ ਨਹੀਂ ਹੈ ਕਿ ਹੁਣ ਇਹਨਾਂ ਕਿਸਾਨਾਂ ਨੂੰ ਰੋਕਣ ਲਈ ਡਾਂਗਾ ਨਹੀਂ ਵਰਤੀਆਂ ਗਈਆਂ, ਪਹਿਲਾਂ ਵੀ ਇਹੋ ਹੀ ਹੁੰਦਾ ਸੀ। ਜਿਹੜਾ ਸਰਕਾਰ ਦੇ ਖਿਲਾਫ ਜਾ ਰਿਹਾ, ਡਾਂਗਾ ਨਾ ਵਿਛਾ ਲਓ, ਪਾਣੀ ਦੀਆਂ ਬੁਛਾਰਾਂ ਮਾਰ ਦਿਓ, ਚੁੱਕ ਕੇ ਜੇਲ੍ਹਾਂ ਸੁੱਟ ਦਿਓ। ਲੇਕਿਨ ਜੋ ਕੁਝ ਵੀ ਹੋਇਆ ਪਿਛਲੇ 1900 ਜੇ ਤੁਸੀਂ 97-98 ਤੋਂ ਹੀ ਲੈ ਲਓ, ਬਿਲਕੁਲ ਠੀਕ ਹੈ, ਤੇ ਸਾਰਿਆਂ ਦੇ ਵਿੱਚੋਂ ਸਾਰਾ ਜਿਹੜਾ ਨਜ਼ਲਾ ਸੀ ਉਹ ਬਾਦਲ ਦਲ ਦੇ ਉੱਤੇ ਡਿੱਗਿਆ। ਭਾਜਪਾ ਬਿਲਕੁਲ ਦੁੱਧ ਧੋਤੀ ਉਹਦੇ ਚੋਂ ਸਾਫ਼ ਰਹੀ, ਪਾਕ ਸਾਫ਼, ਬਿਲਕੁਲ ਪਾਕ ਦਾਮਨ, ਕਿ ਸਹੀ ਤਾਂ ਕੁਝ ਕੀਤਾ ਹੀ ਨਹੀਂ। ਸ਼ਾਇਦ ਇਹ ਪਹਿਲੀ ਵਾਰ ਆ ਕਿ ਭਾਜਪਾ ਨੂੰ ਇਹ ਅਹਿਸਾਸ ਹੋ ਗਿਆ ਕਿ ਨਹੀਂ, ਪੰਜਾਬ ਦੇ ਉੱਤੇ ਹਕੂਮਤ ਕਰਨੀ ਜਾਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਐਡਾ ਸੌਖਾ ਨਹੀਂ ਹੈ। ਨਹੀਂ, ਇੱਥੇ ਉਹ ਲੋਕ ਕਹਿੰਦੇ ਹੁੰਦੇ ਨਾ ਬਈ ਕਿਸੇ ਦਾ ਹੋਣ ਆਇਆ ਨਾ, ਕਿਸੇ ਨੂੰ ਆਪਣਾ ਕਰਨਾ ਤੇ ਪਹਿਲਾਂ ਉਹਦਾ ਹੋ। ਬਿਲਕੁਲ ਤੁਸੀਂ ਪੰਜਾਬ ਦੇ ਲੋਕਾਂ ਦੇ ਹੋ ਕੇ ਵਿਖਾਉਂਦੇ ਜੀ, ਤੁਹਾਨੂੰ ਸਿਰ ਮੱਥੇ ਕਰਦੇ। ਬਿਲਕੁਲ ਤੁਸੀਂ ਤਾਂ ਐਸੀ ਪ੍ਰੀਖਿਆ ਚ ਪਾਤਾ ਹੈ ਜਿਹੜੀ ਪ੍ਰੀਖਿਆ ਸ਼ਾਇਦ ਕਦੇ ਇਤਿਹਾਸ ਵਿੱਚ ਪਹਿਲਾਂ ਪਈ ਹੋਵੇ ਜੀ। ਅੱਜ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹ ਅੰਦੋਲਨ ਅੱਗੇ ਵਧ ਰਿਹਾ ਜੀ, ਦਿਨ ਬ ਦਿਨ ਗਵਰਨਮੈਂਟ ਨੂੰ ਲੈ ਕੇ ਲੋਕਾਂ ਦੇ ਮਨ 'ਚ ਤਕਲੀਫ ਵਧ ਰਹੀ, ਬਿਲਕੁਲ ਵਧ ਰਹੀ ਹੈ, ਗੁੱਸਾ ਭਰਿਆ। ਇਸ ਗੁੱਸੇ ਨੂੰ ਜੇਕਰ ਸਬਰ ਦਾ ਬੰਨ ਹੈ ਉਹ ਇਸ ਕਰਕੇ ਆ ਕਿ ਵਿਸ਼ਵ ਦੇ ਵਿੱਚ ਇਹਦੇ ਨਾਲ ਤਾਕਤ ਵਧੀ ਹੈ ਜੀ। ਸਾਡੇ ਲੋਕ ਜਿਹੜੇ ਬੜੀ ਛੇਤੀ ਅੱਗ ਬਬੂਲੇ ਹੋ ਜਾਂਦੇ ਜੀ, ਆਪਾਂ ਖੋਲ ਲੈਂਦੇ ਸੀ, ਆਪਾਂ ਛੱਡ ਦਿੰਦੇ ਜੀ। ਉਹਨਾਂ ਲੋਕਾਂ ਦਾ ਡਿਸਪਲਿਨ 'ਚ ਰਹਿਣਾ, ਆਖਰ ਜਿਹੜੀ
ਸ਼ਾਂਤਮਈ ਅੰਦੋਲਨਾਂ ਦੀ ਤਾਕਤ ਹੁੰਦੀ ਆ, ਜੀ। ਉਹ ਦਿਨ ਬ ਦਿਨ ਪੱਕੀ ਹੁੰਦੀ ਗਈ। ਸਹੀ ਗੱਲ। ਦੁਨੀਆ ਭਰ ਚੋਂ ਮਿਲਦੇ ਹੁੰਗਾਰੇ ਨੇ, ਦੂਰ ਦੇਸ਼ ਬੈਠੇ ਲੋਕਾਂ ਨੇ, ਸਾਡੇ ਆਪਣੇ ਬੱਚਿਆਂ ਨੇ, ਉਹ ਲੋਕ ਜਿਹੜੇ ਦੂਰੋਂ ਸਾਨੂੰ ਅਬਜ਼ਰਵ ਕਰ ਰਹੇ ਆ, ਉਹਨਾਂ ਜੀ। ਦੇ ਕਹਿਣ ਨਾਲ, ਚੈਨਲਾਂ ਦੇ ਕਹਿਣ ਨਾਲ ਕਿ ਕਿਆ ਡਿਸਪਲਿਨ, ਨਹੀਂ, ਵੈਸੇ- ਇਹ ਡਿਸਪਲਿਨ ਵੱਧਦਾ ਗਿਆ। ਜੀ। ਹੁਣ ਸਰਦਾਰ ਜੀ, ਸਭ ਤੋਂ ਮੂਹਰਲਾ ਸੰਕਟ ਇਹ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਕਰੇ ਕੀ? ਦੇਖੋ, ਅਗਲਿਆਂ ਨੂੰ ਸਮਝ ਹਾਂ। ਨਹੀਂ ਆਉਂਦੀ। ਹੁਣ ਜਦੋਂ ਕਰਨ ਤੁਰੀ, ਜੀ। ਗਲਤ ਕਰਨ ਤੁਰ ਪਈ। ਜੀ। ਤੁਹਾਡੇ ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪੇਈ ਦਾ ਉਹ ਜਿਹੜਾ ਦਿਨ ਸੀ ਜਿੱਥੇ ਜੀ। ਕਿਸਾਨਾਂ ਨੂੰ ਹਜ਼ਾਰਾਂ ਕਰੋੜ ਦਾ ਇੱਕ ਤੋਹਫਾ ਦੇਣਾ, ਸੋ ਕਾਲਡ ਤੋਹਫਾ, ਜੀ। ਸੋ ਉਹ ਤੋਹਫੇ ਦੇ ਦੌਰ 'ਚ ਤੁਸੀਂ ਸਾਰੇ ਪੰਜਾਬ 'ਚ ਰੈਲੀਆਂ ਰੱਖ ਲੀਆਂ, ਛੋਟੇ ਛੋਟੇ ਵਰਕਰ ਮੈਂ ਕਿਹਾ ਰੈਲੀ। ਜੀ, ਆਮ ਇੱਕ ਕਹਾਵਤ ਹੈ, ਕਹਿੰਦੇ ਕਿ ਜੇ ਕਿਤੇ ਕੰਮ ਨਾ ਕਰੇ ਦਿਮਾਗ ਤੇ ਨਿਆਣੇ ਕੋਲੋਂ ਵੀ ਸਲਾਹ ਲੈ ਲਈਦੀ ਹੈ, ਬਿਲ ਕੰਧ ਨੂੰ ਪੁੱਛ ਲਈਦਾ। ਕੰਧ ਨੂੰ ਪੁੱਛ ਲਈਦਾ। ਹੂੰ ਹੁਣ ਗਵਾਂਢੀ ਸੂਬਾ ਹਰਿਆਣਾ ਦੇਖ ਲਓ। ਜੀ। ਸਭ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਨੇ ਜਬਰੀ ਰਾਹ ਰੋਕਣ ਦੀ ਕੋਸ਼ਿਸ਼ ਕੀਤੀ, ਨਹੀਂ ਰੋਕ ਪਾਏ। ਨਹੀਂ ਰੋਕ ਪਾਏ। ਹੂੰ। ਉਹਦੇ ਤੋਂ ਬਾਅਦ ਮਨੋਹਰ ਲਾਲ ਖੱਟੜ ਸ਼ਾਇਦ 1 ਜਾਂ 2 ਵਾਰ ਬੋਲੇ ਨੇ, ਉਹ ਬੋਲਣ ਕੀ, ਬੋਲਤੀ ਬੰਦ ਹੋ ਗਈ। ਲੇਕਿਨ ਉਹਦੇ ਗੱਲ ਉੱਥੇ ਲਿਆਉਣ ਲੱਗਾ। ਉਸ ਤੋਂ ਬਾਅਦ ਦੁਸ਼ਯੰਤ ਚਟਾਲਾ ਉਹ ਕਹਿੰਦੇ ਸੀ ਹੈਲੀਕਾਪਟਰ ਰਾਹੀਂ ਉੱਡਣਾ, ਉਹ ਕਹਿੰਦੇ ਕੋਈ ਡਰ ਨਹੀਂ, ਹੈਲੀਪੈਡ ਹੀ ਉਡਾ ਦਿਓ। ਭੱਜ ਰੋਹ ਦੇ ਅੱਗੇ ਸਾਰੀ ਜਿਹੜੀ ਹਰਿਆਣੇ ਦੀ ਜਿਹੜੀ ਸਿਆਸਤ ਹੈ। ਭਾਜਪਾ ਦੀ ਮੰਤਰੀ ਮੰਡਲ ਆ ਖਾਮੋਸ਼ ਬੈਠਾ, ਕਦੀ ਕਿਸੇ ਦਾ ਕੋਈ ਬਿਆਨ ਨਹੀਂ ਸੁਣਿਆ। ਲੇਕਿਨ ਪੰਜਾਬ ਦੀ ਤਰਾਸਦੀ ਆ ਕਿ ਪੰਜਾਬ ਦੀ ਭਾਜਪਾ ਸ਼ਾਇਦ ਇਹ ਵੀ ਸੋਚਣ ਤੋਂ ਅਸਮਰਥ ਹੋ ਗਈ ਆ ਕਿ ਸਾਡੇ ਜਿਹੜੇ ਕੇਂਦਰੀ ਮੰਤਰੀ ਨੇ ਉਹ ਤੇ ਮਸਲੇ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਨੇ। ਆਖਰ ਇਹੋ ਹੀ ਕਿਹਾ ਜਾ ਰਿਹਾ ਨਾ ਕਿ ਤੁਸੀਂ ਆ ਕੇ ਬੈਠ ਜਾਓ, ਲੇਕਿਨ ਜਦੋਂ ਕੋਈ ਘਰੋਂ ਜਾਣ ਲੱਗੇ ਸਮਝੌਤਾ ਕਰਨ ਲਈ, ਮੰਨ ਲਓ, ਤੇ ਕੋਈ ਗੁਆਂਢੀ ਹੋਰਾ ਮਾਰੇ ਚੱਲਿਆ ਫਿਰ ਦੇਖ ਲਾਂਗੇ ਤੈਨੂੰ ਉੱਥੇ, ਤੇ ਫਿਰ ਪੰਜਾਬੀਆਂ ਦੀ ਇੰਨੀ ਤੇ ਗੈਰਤ ਕੰਮ ਅਜੇ ਵੀ ਕਾਇਮ ਆ। ਇਹ ਇੱਕ ਬੜੀ ਵੱਡੀ ਸੱਚਾਈ ਆ ਕਿ ਜਦੋਂ ਤੁਸੀਂ ਕੋਈ ਛੋਟੇ, ਭਾਵੇਂ ਛੋਟੇ ਹੀ ਸੀਗੇ, ਕਾਰਿਕਰਮ ਜਿਹਨੂੰ ਕਹਿੰਦੇ ਆ ਹਿੰਦੀ ਦੇ ਵਿੱਚ, ਜਿਹੜੇ ਤੁਸੀਂ ਰੱਖੇ ਹੋਏ ਸੀ ਪ੍ਰੋਗਰਾਮ, ਉਹ ਪ੍ਰੋਗਰਾਮ ਉਹਨਾਂ ਦਿਨਾਂ 'ਚ ਜਦੋਂ ਹਰ ਘਰ ਦਾ ਕੋਈ ਨਾ ਕੋਈ ਜੀ ਗਿਆ ਦਿੱਲੀ 'ਚ, ਤੇ ਫਿਰ ਜਿਹੜੇ ਘਰਾਂ 'ਚ ਬੈਠੇ ਉਹ ਸੋਚਦੇ ਆ ਕਿ ਇਹਨਾਂ ਲਈ ਤੇ ਇਹਨਾਂ ਦਾ ਤੇ ਅਸੀਂ ਪੰਗਾ ਕਰਦੇ ਫਿਰਦੇ, ਤੇ ਇਹ ਇੱਥੇ ਜਸ਼ਨ ਮਨਾਉਂਦੇ ਫਿਰਦੇ। ਜੀ। ਖਿੱਚ ਆਉਣੀ ਸੁਭਾਵਕ। ਬਿਲਕੁਲ। ਜਦੋਂ ਤੁਸੀਂ ਪੁਲਿਸ ਨੂੰ ਕਹਿੰਦੇ ਹੋ ਤਾਂ ਇਹ 100% ਸੱਚ ਹੈ ਕਿ ਪੁਲਿਸ ਨੇ ਤੁਹਾਨੂੰ ਕਿਹਾ ਹੋਊਗਾ ਕਿਸਾਨ ਆ ਗਏ। ਦੋ ਹੀ ਤਰੀਕੇ ਸੀ, ਇੱਕ ਤਾਂ ਜਾਂ ਟਕਰਾਅ ਬਣਦਾ ਜੀ, ਜਾਂ ਟਕਰਾਅ ਨੂੰ ਟਾਲਿਆ ਜਾਂਦਾ। ਜੀ। ਸੋ ਚੰਗਾ ਹੋਇਆ ਕਿ ਤੁਸੀਂ ਭਾਜਪਾਈ ਮੌਕੇ ਤੋਂ ਨਿਕਲ ਗਏ। ਜੀ। ਜੇ ਨਾ ਨਿਕਲਦੇ ਨੁਕਸਾਨ ਹੁੰਦਾ। ਇਹ ਸਿਆਣਪਾ। ਲੇਕਿਨ ਕਿਸਾਨਾਂ ਦੇ ਗੁੱਸੇ ਨੂੰ ਤੁਸੀਂ ਘਟਾ ਕੇ ਨਹੀਂ ਵੇਖ ਸਕਦੇ। ਜਾਇਜ਼ ਹੈ। ਇੱਕ ਸਵਾਲ, ਪੁਲਿਸ ਨੂੰ ਆਪਣਾ ਰੋਲ ਨਿਰਪੱਖਤਾ ਨਾਲ ਨਿਭਾਉਣਾ ਚਾਹੀਦਾ ਹੈ। ਲੇਕਿਨ ਜੇਕਰ ਪੁਲਿਸ ਸਥਿਤੀ ਨੂੰ ਸੰਭਾਲਣ ਦੇ ਆਰ 'ਚ ਸੀ, ਉਹਨੇ ਵੀ ਕੁਝ ਗਲਤ ਨਹੀਂ ਕੀਤਾ। ਇੱਕ ਆਖਰੀ ਗੱਲ ਜਿਹੜੀ ਸਿੱਧਾ ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਬੀਜੇਪੀ ਜਿਹੜੀ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ, ਪੰਜਾਬ ਬੀਜੇਪੀ ਦੀ ਲੀਡਰਸ਼ਿਪ 2007 ਤੋਂ ਲੈ ਕੇ 2017 ਤੱਕ ਲਗਾਤਾਰ ਸੱਤਾ ਵਿੱਚ ਰਹੀ ਹੈ। ਕੀ ਕਦੀ ਇਸ ਬੀਜੇਪੀ ਲੀਡਰ ਨੇ 2015 ਤੋਂ ਬਾਅਦ 2017 ਤੱਕ, ਜਦੋਂ ਤੱਕ ਇਹਨਾਂ ਦੀ ਰਾਜ ਭਾਗ ਰਿਹਾ, ਕਦੀ ਇਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਜਨਤਕ ਤੌਰ ਤੇ ਕਿ ਉਹ ਕਿਹੜੇ ਪੁਲਿਸ ਅਫਸਰ ਨੇ ਜਾਂ ਉਹ ਕਿਹੜੇ ਮੰਤਰੀ ਜਾਂ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਸਨ ਜਿਨ੍ਹਾਂ ਦੇ ਹੁਕਮ ਦੇ ਉੱਤੇ ਉੱਥੇ ਗੋਲੀ ਚਲਾਈ ਗਈ, ਬਾਬਲ ਕਲਾਂ ਦਾ ਗੋਲੀ ਚਲਾਈ ਗਈ ਸੀ? ਕੀ ਕਦੇ ਇਹਨਾਂ ਭਾਜਪਾ ਦੇ ਆਗੂਆਂ ਨੇ ਇਹ ਪੁੱਛਿਆ ਸੀ ਵੀ ਭਾਈ ਕਿਉਂ ਸਿੱਖਾਂ ਦੇ ਗੁਰੂ ਦਾ ਨਰਾਦਰ ਕਿਉਂ ਹੋ ਰਿਹਾ, ਕੀ ਕਾਰਨ ਹੈ? ਜਦ ਕਿ ਇਹ ਸਾਰੇ ਭਾਜਪਾ ਵਾਲੇ ਕਹਿੰਦੇ ਨੇ ਕਿ ਅਸੀਂ ਧਰਮ ਨਿਰਧਾਰਤ ਸਾਡੀ ਪਾਰਟੀ ਆ, ਅਸੀਂ ਧਾਰਮਿਕ ਲੋਕ ਆ, ਧਾਰਮਿਕ ਅਕੀਦੇ ਨੂੰ ਮੰਨਦੇ ਆ। ਤੇ ਫਿਰ ਜੇ ਉਦੋਂ ਜੁਰਤ ਨਹੀਂ ਰਹੀ ਜਾਂ ਕੀਤੀ ਨਹੀਂ, ਇਹਦਾ ਮਤਲਬ ਉਦੋਂ ਵੀ ਸੱਤਾ ਚਾਹੀਦੀ ਸੀ। ਤੇ ਹੁਣ ਲੱਗਦਾ ਕਿ ਅਜੇ ਸੱਤਾ ਦੂਰ ਹੈ, ਤੇ ਇਸ ਕਰਕੇ ਪੁਲਿਸ ਨੂੰ ਹੀ ਟਾਰਗੇਟ ਕਰੋ। ਪਹਿਲਾਂ ਆਪਣੇ ਹੋਂਦ ਦੀ ਲੜਾਈ ਹੈ। ਜਾਂਦੇ ਜਾਂਦੇ, ਕਿਉਂਕਿ ਬਹੁਤਾ ਲੰਬਾ ਨਹੀਂ ਕਰਦੇ, ਤੁਹਾਡੇ ਕੋਲ ਸਮੇਂ ਦੀ ਸੀਮਾ ਹੁੰਦੀ ਹੈ, ਜਾਂਦੇ ਜਾਂਦੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਜਿਹੜਾ ਅੱਜ ਮੇਰਾ ਖਿਆਲ ਕੋਈ 137ਵਾਂ ਕਿ 38ਵਾਂ ਕੋਈ ਹੋਣਾ ਜੀ ਸਥਾਪਨਾ ਦਿਵਸ, ਹੈਪੀ ਬਰਥਡੇ ਸੀ, ਹੈਪੀ ਬਰਥਡੇ ਸੀ, ਉਹ ਰਹਿ ਗਿਆ ਜੇ। ਆ ਸੁਨੀਲ ਜਾਖੜ ਮੈਂ ਬੋਲਦੇ ਸੁਣੇ ਸੀ, ਲੱਗੇ ਉਹਨਾਂ ਨੇ ਆਪਣੇ ਯੂਥ ਕਾਂਗਰਸ ਦੇ ਪ੍ਰਧਾਨ ਖਿਲਾਰੇ ਹੋਏ ਸੀ ਜੀ। ਤੇ ਮੈਂ ਸੋਚਦਾ ਪਿਆ ਸੀਗਾ ਕਿ ਇੰਨੀ ਲੰਬੀ ਉਮਰ ਤੋਂ ਬਾਅਦ ਬੰਦਾ ਜਿਹੜਾ ਵਾ ਉਹ ਕਮਜ਼ੋਰ ਪੈ ਹੀ ਜਾਂਦਾ। ਹਾਂ, ਨਹੀਂ ਵੈਸੇ ਜਿਹੜਾ ਜੇ ਤੁਸੀਂ ਉਹਨਾਂ ਦਾ
ਜੋ ਲਾਈਵ ਪ੍ਰੋਗਰਾਮ ਦਿਖਾਇਆ ਜੀ। ਉਹਦੇ ਤੇ ਮੈਨੂੰ ਸਿਰਫ ਮੰਚ ਦੇ ਉੱਤੇ 5 ਲੀਡਰ ਹੀ ਨਜ਼ਰ ਆਏ ਜੀ। ਜਿਨ੍ਹਾਂ ਦੇ ਮਾਸਕ ਕਰਕੇ ਚਿਹਰੇ ਸਪਸ਼ਟ ਨਹੀਂ ਸਨ, ਸਵਾ ਗੁਲਾਮ ਨਬੀ ਆਜ਼ਾਦ ਹੋਰਾਂ ਦੇ। ਮੈਂ ਕਲੀਅਰ ਕਰਦਾ, 136ਵਾਂ ਸਥਾਪਨਾ ਦਿਵਸ ਜੀ। ਆ ਖਬਰ ਮੇਰੇ ਸਾਹਮਣੇ ਫਲੈਸ਼ ਹੋ ਰਹੀ ਹੈ। ਇਹ 135 ਮਤਲਬ ਬੀਤ ਗਏ ਨੇ, 136ਵੇਂ ਚ ਉਹਨਾਂ ਨੇ ਪੈਰ ਧਰਾਵਾ ਕਰ ਲਿਆ। ਬਿਲਕੁਲ 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 ਪੈਰ ਧਰਾਵਾ ਕਰ ਲਿਆ। ਲੇਕਿਨ ਕਹਿ ਸਕਦੇ ਹੋ ਕਿ ਅਕਾਲੀ ਦਲ ਨਾਲੋਂ 16 ਸਾਲ ਵੱਡੇ ਹੋ ਗਏ ਹੋ। ਬਿਲਕੁਲ ਬਿਲਕੁਲ ਅਕਾਲੀ ਦਲ ਨਾਲੋਂ 15-16 ਸਾਲ ਉਹ ਵੱਡੇ ਹੋ ਗਏ। ਨਹੀਂ ਸਰ, 36 ਸਾਲ, 36 ਬਿਲਕੁਲ। ਸਾਲ। ਅੱਛਾ, ਹੁਣ ਮਸਲਾ ਤੇ ਇਹੋ ਹੀ ਆ ਗਿਆ ਸਾਰਾ ਕਿ ਜਦੋਂ ਉੱਥੇ ਮੰਚ ਦੇ ਉੱਤੇ ਜਿਹੜੇ ਲੀਡਰ ਸਾਹਿਬਾਨ ਨੇ ਝੰਡਾ ਲਹਿਰਾਉਣਾ ਸੀ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਸੀ ਪਤਾ ਆ ਰਿਹਾ, ਸਮਝ ਆ ਰਿਹਾ ਕਿ ਮੈਂ ਪਿੱਠ ਕਿੱਦਾਂ ਕਰਨੀ ਹੈ ਤੇ ਮੂੰਹ ਕਿੱਧਰ ਕਰਨਾ ਹੈ। ਤੇ ਵੱਡੀ ਗੱਲ ਕਿ ਪਾਰਟੀ ਦੇ ਸਰਪ੍ਰਸਤ ਕਿਤੇ ਨਜ਼ਰ ਨਹੀਂ ਆਏ, ਤੇ ਜਿਹੜੇ ਪਾਰਟੀ ਦੇ ਵੁੱਡ ਵੀ ਪ੍ਰਧਾਨ ਜਿਹੜੇ ਸਟਰੀਲ ਲਾਈਨ 'ਚ ਨੇ, ਪਾਈਪਲਾਈਨ 'ਚ ਨੇ ਵੀ ਪ੍ਰਧਾਨ ਬਣਨਾ, ਉਹਨਾਂ ਬਾਰੇ ਕਿਹਾ ਗਿਆ ਕਿ ਉਹ ਇੱਕ ਦਿਨ ਪਹਿਲਾਂ ਹੀ ਬਾਹਰ ਚਲੇ ਗਏ ਨੇ। ਫਲੈਕਚੁਏਟਿੰਗ ਪ੍ਰਧਾਨ, ਹਾਂ। ਕਦੇ ਆ ਗਏ ਕਦੇ ਚਲੇ ਗਏ, ਕਦੇ ਆ ਕੇ ਕਦੇ ਚਲੇ ਗਏ। ਖੈਰ ਮੁਬਾਰਕ ਕਾਂਗਰਸ ਪਾਰਟੀ ਨੂੰ ਉਹਦੇ 136ਵੇਂ ਦਿਵਸ ਦੇ ਮੌਕੇ ਤੇ, ਜਿਵੇਂ ਹੁਣੇ 100 ਸਾਲਾ ਅਕਾਲੀ ਦਲ ਨੇ ਮਨਾਇਆ ਸੀ, ਉਵੇਂ ਇਹਨਾਂ ਨੇ ਵੀ ਰਸਮ ਕਰ ਲਈ। ਲੇਕਿਨ ਸਿਆਸੀ ਪਾਰਟੀਆਂ ਦੀ ਹੋਂਦ ਰਹਿਣੀ ਚਾਹੀਦੀ ਆ, ਹਾਂ। ਕਿਉਂਕਿ ਜੇ ਕੋਈ ਇੱਕ ਸੱਤਾ 'ਚ ਆ, ਉਹਦੇ ਜਿਹੜੇ ਔਗਣ ਨੇ ਉਹ ਚਿਤਾਰਨ ਦੇ ਲਈ ਕੋਈ ਵਿਰੋਧੀ ਧਿਰ ਚਾਹੀਦੀ ਹੈ। ਭੂਮਿਕਾ ਨਿਭਾਉਣ ਤੇ ਸਹੀ, ਭੂਮਿਕਾ ਨਿਭਾਉਣ, ਹਾਂ, ਭੂਮਿਕਾ ਨਿਭਾਉਣ ਜੀ। ਲੱਖ ਕਾਰਨ ਹੈ ਕਿ ਜਿਹੜਾ ਲੋਕ ਹੁਣ ਸੋਸ਼ਲ ਮੀਡੀਆ ਤੇ ਟੁੱਚਰਾਂ ਮਾਰਦੇ ਨੇ ਨਾ, ਉਹ ਸਿਰਫ ਇਹਨਾਂ ਨੂੰ ਜਾਗੋ ਮੀਟੀ ਤੋਂ ਉਠਾਉਣ ਦੀਆਂ ਹੀ ਨੇ। ਚਲੋ ਖੈਰ, ਦੇਖਦੇ ਆ ਕਿਸਾਨਾਂ ਤੇ ਸਰਕਾਰ ਦੇ ਵਿੱਚ ਗੱਲਬਾਤ ਕਿਵੇਂ ਅੱਗੇ ਵੱਧਦੀ ਆ। ਨੀਜ ਲਾ ਕੇ ਰੱਖਾਂਗੇ, ਤੁਸੀਂ ਨਜ਼ਰ ਬਣਾਈ ਰੱਖਿਓ। ਮਿਹਰਬਾਨੀ।